ਮੇਰਾ ਜਿਹੜਾ ਵਿਸ਼ਾ ਬੋਲਣ ਦਾ ਉਹ ਹੈ ਜਿਹੜਾ ਸਾਡਾ ਸਾਹਿਤ ਦਾ ਇਤਿਹਾਸ ਆ ਜਾਂ ਸਾਡੇ ਸਾਹਿਤ ਦੀ ਇਤਿਹਾਸਕਾਰੀ ਹੈ, ਉਹਦੇ ਵਿੱਚ ਲੋਕਧਾਰਾਈ ਦਰਸ਼ਨ ਜਾਂ ਲੋਕਧਾਰਾਈ ਚਿੰਤਨ ਕਿਸ ਤਰ੍ਹਾਂ ਕੰਮ ਕਰਦਾ ਅਤੇ ਸਾਹਿਤ ਦੀ ਇਤਿਹਾਸਕਾਰੀ ਲੋਕਧਾਰਾ ਦੇ ਐਂਗਲ ਤੋਂ ਕਿਸ ਤਰ੍ਹਾਂ ਹੋ ਸਕਦੀ ਹੈ। ਬੇਦੀ ਦੀ ਇੱਕ ਪੁਸਤਕ ਮਿਲਦੀ ਹੈ ਸਾਡੇ ਕੋਲ, ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ ਰੂੜੀਆਂ। ਉਸ ਪੁਸਤਕ ਦੇ ਵਿੱਚ ਬੇਦੀ ਨੇ ਕੁਛ ਸੰਕਲਪ ਸਾਨੂੰ ਦਿੱਤੇ ਨੇ, ਜਿਨ੍ਹਾਂ ਦੇ ਆਧਾਰ ਦੇ ਉੱਤੇ ਮੈਂ ਇਸ ਬਾਰੇ ਗੱਲਬਾਤ ਕਰੂੰਗਾ। ਸਾਡੇ ਕੋਲ ਜਿਹੜੇ ਸਾਹਿਤ ਦੇ ਇਤਿਹਾਸ ਅਜੇ ਤੱਕ ਉਪਲਬਧ ਨੇ, ਉਹਨਾਂ ਸਾਹਿਤ ਦੇ ਇਤਿਹਾਸਾਂ ਵਿੱਚ ਬਕੌਲ ਬੇਦੀ ਇਹ ਚੀਜ਼ ਆ ਕਿ ਉਹਨਾਂ ਸਾਹਿਤ ਦੇ ਇਤਿਹਾਸਾਂ ਦੇ ਵਿੱਚ ਜਾਂ ਤਾਂ ਇਤਿਹਾਸਕ ਕ੍ਰਮ ਦੇ ਵਿੱਚ ਲੇਖਕਾਂ ਨੂੰ ਬਿਆਨ ਕਰ ਦਿੱਤਾ ਜਾਂਦਾ ਤੱਥਾਂ ਅਤੇ ਉਹਦੀਆਂ ਤਾਰੀਖਾਂ ਦੇ ਵਾਈਜ਼, ਜਾਂ ਹੁਣ ਟ੍ਰੈਂਡ ਸ਼ੁਰੂ ਹੋਇਆ ਜਿਵੇਂ ਵੈਸਟਰਨ ਇਤਿਹਾਸ ਲਿਖੇ ਜਾਂਦੇ ਨੇ ਕਿ ਵੱਡੀਆਂ ਇਤਿਹਾਸਕ ਹਿਲਜੁਲਾਂ ਕਿਸ ਤਰ੍ਹਾਂ ਰੂਪ ਅਤੇ ਵਸਤੂ ਦੇ ਵਿੱਚ ਪਰਿਵਰਤਨ ਲੈ ਕੇ ਆਉਂਦੀਆਂ ਨੇ, ਉਹਨਾਂ ਦੇ ਆਧਾਰ 'ਤੇ ਉਹਨਾਂ ਨੂੰ ਅਧਿਐਨ ਕੀਤਾ ਜਾਂਦਾ। ਅਤੇ ਦੂਸਰਾ ਪ੍ਰਵਿਰਤੀਆਂ ਦੇ ਆਧਾਰ 'ਤੇ ਉੱਥੇ ਅੱਡ ਪ੍ਰਵਿਰਤੀਆਂ ਜਿਹੜੀਆਂ ਚੱਲਦੀਆਂ ਉਹਨਾਂ ਨੂੰ ਉੱਥੇ ਲੇਖਕਾਂ ਨੂੰ ਉੱਥੇ ਐਡਜਸਟ ਕਰਦੇ ਹਨ ਅਤੇ ਉਹਨਾਂ ਦੀ ਸੀਕੁਐਂਸ ਬਣਾਉਂਦੀ ਹੈ ਤਰੀਕ ਵਾਈਜ਼। ਬੇਦੀ ਇਹਦੇ ਮੁਕਾਬਲੇ ਜਿਹੜੀ ਚੀਜ਼ ਰਿਕਮੈਂਡ ਕਰਦੇ, ਜਿਹੜੀ ਨਹੀਂ ਹੋਈ ਹਜੇ ਤੱਕ, ਸ਼ਾਇਦ ਕਦੇ ਹੋਵੇ, ਬੜੀ ਕੰਪਲੀਕੇਟਡ ਹੈ, ਜਦੋਂ ਵੀ ਹੋਊਗੀ। ਬੇਦੀ ਕਹਿੰਦੇ ਨੇ ਕਿ ਜਿਹੜੇ ਸਾਹਿਤ ਦੇ ਇਤਿਹਾਸ ਲਿਖਦੇ ਹਾਂ ਆਪਾਂ, ਉਹਨਾਂ ਨੂੰ ਲਿਖਣ ਦਾ ਜਿਹੜਾ ਆਧਾਰ ਹੈ ਉਹ ਚਾਹੀਦਾ ਲੋਕਧਾਰਾ ਦੀਆਂ ਰੂੜੀਆਂ। ਕਿ ਸਾਹਿਤ ਦੇ ਇਤਿਹਾਸਾਂ ਦੇ ਵਿੱਚ ਜਿਹੜੀ ਵੀ ਪ੍ਰਵਿਰਤੀ ਆਉਂਦੀ ਆ, ਉਹ ਇਹ ਦੇਖੋ ਕਿ ਲੋਕਧਾਰਾ ਦੀ ਕਿਹੜੀ ਰੂੜੀ ਦੇ ਆਧਾਰ 'ਤੇ ਉਹ ਪ੍ਰਵਿਰਤੀ ਪੈਦਾ ਹੋ ਰਹੀ ਹੈ। ਤਿੰਨ ਚੀਜ਼ਾਂ ਦੱਸਦੇ ਨੇ ਬੇਦੀ ਹੋਰੀ, ਮੈਂ ਡਿਟੇਲ ਦੇ ਵਿੱਚ ਇਹਨਾਂ ਨੂੰ ਡਿਸਕਸ ਕਰੂੰਗਾ, ਨਾਲ ਦੀ ਨਾਲ ਛੋਂਦਾ ਜਾਊਂਗਾ ਇਹਨਾਂ ਨੂੰ। ਬੇਸਿਕਲੀ ਪਹਿਲੀ ਗੱਲ ਜਿਹੜੀ ਹੈਗੀ ਬੇਦੀ ਹੋਰਾਂ ਨੇ ਇੱਕ ਵਿਗਿਆਨਕ ਚੌਕਟਾ ਦਿੱਤਾ ਲੋਕਧਾਰਾ ਸਿਧਾਂਤ ਚਿੰਤਨ ਦਾ, ਅਤੇ ਉਹ ਸਾਡੀਆਂ ਟੈਕਸਟ 'ਤੇ ਤਾਂ ਅਪਲਾਈ ਹੁੰਦਾ ਹੀ ਹੁੰਦਾ। ਜਿਸ ਤਰ੍ਹਾਂ ਦਾ ਕੰਮ ਹੋ ਰਿਹਾ ਐਗਜ਼ੈਕਟ ਉਸ ਤਰ੍ਹਾਂ ਦਾ ਨਹੀਂ ਅਜੇ ਹੋਇਆ, ਹੋ ਜੂਗਾ ਸ਼ਾਇਦ। ਕਮਾਲ ਦੀ ਗੱਲ ਹੈ ਕਿ ਸਾਹਿਤ ਦੀ ਇਤਿਹਾਸਕਾਰੀ ਨੂੰ ਲੈ ਕੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਬਿਲਕੁਲ ਹੀ ਨਵਾਂ ਡਾਇਮੈਂਸ਼ਨ ਖੋਲ੍ਹਦੀ ਹੈ ਚੀਜ਼। ਉਹਨਾਂ ਨੇ ਤਿੰਨ ਚੀਜ਼ਾਂ ਦਿੱਤੀਆਂ। ਪਹਿਲੀ ਚੀਜ਼ ਉਹਨਾਂ ਨੇ ਕਹੀ ਲੋਕ ਰੂੜੀ, ਦੂਜੀ ਤੁਹਾਡੀ ਸਾਹਿਤਕ ਸੰਸਕ੍ਰਿਤੀ, ਤੀਜੀ ਚੀਜ਼ ਤੁਹਾਡੀ ਸਾਹਿਤਕ ਮਾਨਸਿਕਤਾ। ਸਭ ਤੋਂ ਪਹਿਲੀ ਚੀਜ਼ ਲੋਕ ਰੂੜੀ। ਜਿਹੜੀ ਤੁਹਾਡੀ ਲੋਕ ਰੂੜੀ ਆ ਉਹਨੂੰ ਬੇਦੀ ਪ੍ਰਵਿਰਤੀਆਂ ਦੇ ਸੰਦਰਭ 'ਚ ਸਮਝਣ ਦਾ ਯਤਨ ਕਰਦਾ। ਉਹ ਕਹਿੰਦਾ ਕਿ ਜਦੋਂ ਲੋਕ ਜਿਉਂਦੇ ਨੇ ਨਾ, ਕੋਈ ਵੀ ਜਾਤੀ ਜਿਉਂਦੀ ਹੈ, ਤਾਂ ਉਹਦੇ ਜਿਉਣ ਦਾ ਨਾ ਉਹਦੀ ਐਗਜ਼ਿਸਟੈਂਸ ਦਾ ਇੱਕ ਸਲੀਕਾ ਹੁੰਦਾ, ਮੋਡ ਆਫ ਐਗਜ਼ਿਸਟੈਂਸ ਹੁੰਦੀ ਹੈ ਕਿ ਉਹ ਕਿਸੇ ਸਿਚੁਏਸ਼ਨ 'ਚ ਕਿਵੇਂ ਰਿਐਕਟ ਕਰੂਗਾ। ਬੇਦੀ ਨੇ ਤਿੰਨ ਤਰੀਕੇ ਨਾਲ ਕਿਹਾ ਕਿ ਬੰਦਾ ਰਿਐਕਟ ਕਰਦਾ, ਪੰਜਾਬੀ ਬੰਦਾ। ਕਾਫੀ ਸਾਰੀ ਗੱਲ ਹੋਈ ਹੈ ਇਹਦੇ ਬਾਰੇ, ਪਹਿਲਾਂ ਵੀ ਕੁਛ ਥਿੰਕਰਾਂ ਨੇ ਗੱਲ ਕੀਤੀ ਹੈ। ਤਿੰਨ ਤਰੀਕੇ ਨਾਲ ਕਿਹਾ। ਇੱਕ ਉਹਨੇ ਕਿਹਾ ਕਿ ਇਹਨਾਂ ਦੇ ਵਿੱਚ ਵੀਰ ਭਾਵਨਾ ਹੈਗੀ, ਦੂਜੀ ਇਹਨਾਂ ਦੇ ਵਿੱਚ ਭਗਤੀ ਭਾਵਨਾ, ਅਤੇ ਤੀਜੀ ਇਹਨਾਂ ਦੇ ਵਿੱਚ ਪ੍ਰੇਮ ਭਾਵਨਾ। ਇੱਕ ਫੈਕਟ ਇਹ ਹੋ ਗਿਆ, ਇਹਨੂੰ ਸਾਈਡ 'ਤੇ ਰੱਖੋ। ਦੂਜੀ ਚੀਜ਼, ਹੁਣ ਰੂੜੀਆਂ ਨੂੰ ਜੋੜੋ। ਬੇਦੀ ਇੱਕ ਹੋਰ ਚੀਜ਼ ਦੱਸਦਾ ਕਿ ਜਿਹੜੀਆਂ ਰੂੜੀਆਂ ਨੇ ਇਹ ਫਾਲ ਹੁੰਦੀਆਂ ਨੇ ਅਤੇ ਇਹ ਉੱਪਰ ਜਾਂਦੀਆਂ ਨੇ, ਇਹਨਾਂ ਦੀ ਸਬਲੀਮੇਸ਼ਨ ਹੁੰਦੀ ਹੈ ਅਤੇ ਕਈ ਵਾਰ ਇਹ ਥੱਲੇ ਫਾਲ ਕਰਦੀਆਂ ਨੇ। ਅਤੇ ਇੱਕ ਮਿੱਥ ਦੇ ਹਵਾਲੇ ਨਾਲ ਇਹਦੀ ਸਟੱਡੀ ਕਰਨ ਦਾ ਯਤਨ ਕਰਦਾ। ਇਸ ਕਿਤਾਬ ਦੇ ਵਿੱਚ ਇੱਕ ਆਰਟੀਕਲ ਆ, ਸੱਸੀ ਪੁੰਨੂ ਦੀ ਮਿੱਥ ਦਾ ਅਧਿਐਨ ਕਰਦਾ ਵੀ ਇਹ ਮਿੱਥ ਕਥਾ ਸੀ, ਫਿਰ ਇਹ ਦੰਤ ਕਥਾ ਬਣ ਗਈ। ਹੁਣ ਜਿਹੜੀਆਂ ਇਹ ਤਿੰਨ ਪ੍ਰਵਿਰਤੀਆਂ ਚੱਲਦੀਆਂ ਨੇ, ਵੀਰ ਭਾਵਨਾ, ਭਗਤੀ ਭਾਵਨਾ ਅਤੇ ਪ੍ਰੇਮ ਭਾਵਨਾ, ਇਹਨਾਂ ਨੂੰ ਉਹ ਕਾਵਿ ਦੇ ਵਿੱਚ ਅਤੇ ਕਥਾ ਰੂਪਾਂ ਦੇ ਵਿੱਚ ਦੱਸਦਾ ਕਿ ਤੁਸੀਂ ਜਿਹੜਾ ਸਟੱਡੀ ਕਰਦੇ ਹੋ ਮੱਧਕਾਲ ਦਾ, ਉਹਨੂੰ ਇਸ ਤਰ੍ਹਾਂ ਸਟੱਡੀ ਕਰੋ। ਜਿਵੇਂ ਉਹ ਕਹਿੰਦਾ ਕਿ ਜਿਹੜੀ ਸਾਡੀ ਵੀਰ ਭਾਵਨਾ ਉਹ ਕਾਵਿ ਦੇ ਵਿੱਚ ਵਾਰ ਦੇ ਰੂਪ 'ਚ ਉਹਦੇ ਹੁੰਦੀ ਹੈ, ਅਤੇ ਕਥਾ ਦੇ ਵਿੱਚ ਜਦੋਂ ਇੱਕ ਨਾਇਕ ਵੀਰ ਬਣਦਾ ਤਾਂ ਉਹ ਰਾਜਾ ਰਸਾਲੂ ਦੇ ਵਿੱਚ ਉਹਦੇ ਹੁੰਦੀ ਹੈ। ਰਾਜਾ ਰਸਾਲੂ ਇਸ ਭਾਵਨਾ ਦੀ ਸਬਲੀਮੇਸ਼ਨ ਆ। ਅਤੇ ਜਿਹੜਾ ਆਮ ਸਧਾਰਨ ਡਾਕੂ ਆ, ਜਿਹਨੂੰ ਅਸੀਂ ਧਰਮੀ ਡਾਕੂ ਕਹਿੰਦੇ ਹਾਂ, ਉਹ ਥੋੜ੍ਹਾ ਜਿਹਾ ਥੱਲੇ ਗਿਰ ਜਾਂਦਾ। ਜਿਵੇਂ ਮਿੱਥ ਗਿਰ ਕੇ ਕਈ ਵਾਰ ਦੰਤ ਕਹਾਣੀ ਬਣ ਜਾਂਦੀ, ਦੰਤ ਕਥਾ ਬਣ ਜਾਂਦੀ ਹੈ, ਅਤੇ ਸਿੰਪਲ ਲੋਕ ਕਹਾਣੀ ਦੇ ਉੱਤੇ ਆ ਜਾਂਦੀ ਹੈ। ਅਤੇ ਦੂਜੀ ਜਿਹੜੀ ਭਗਤੀ ਭਾਵਨਾ ਉਹ ਸਾਡੇ ਗੁਰਮਤਿ ਅਤੇ ਸੂਫੀ ਦੇ ਵਿੱਚ ਚੱਲਦੀ ਹੈ। ਅਤੇ ਜਦੋਂ ਇਹ ਇੱਥੇ ਇਹਦੀ ਜਿਹੜੀ ਹੈਗੀ ਆ ਕਥਾ ਦੇ ਵਿੱਚ, ਇਹਦੀ ਬਣਦੀ ਆ ਪੂਰਨ ਦੇ ਰੂਪ ਦੇ ਵਿੱਚ, ਜਿਹੜਾ ਭਗਤ ਆ, ਅਤੇ ਇਹਦੀ ਪੂਰਨ ਇਹਦੀ ਸਬਲੀਮੇਸ਼ਨ ਆ। ਅਤੇ ਜਿਹੜਾ ਆਮ ਜੋਗੀ ਆ ਇਹ ਇਹਦੀ ਫੌਲ ਆ, ਕਿਉਂਕਿ ਜੋਗੀ ਦਾ ਰੁਤਬਾ ਹੈਗਾ ਉਹ ਰੁਤਬਾ ਨਹੀਂ ਹੈਗਾ ਜਿਹੜਾ ਭਗਤ ਦਾ, ਜਿਸ ਤਰ੍ਹਾਂ ਦਾ ਪੂਰਨ ਭਗਤ ਦਾ ਰੁਤਬਾ, ਉਹਦੇ ਅੱਡ ਮੋਟਿਵਸ ਨੇ। ਫਿਰ ਸਾਡੇ ਕੋਲ ਪ੍ਰੇਮ ਭਾਵਨਾ ਆਉਂਦੀ ਹੈ। ਪ੍ਰੇਮ ਭਾਵਨਾ ਜਿਹੜੀ ਹੈਗੀ ਆ ਉਹ ਕਾਵਿ ਦੇ ਵਿੱਚ ਕਿੱਸਿਆਂ ਦੇ ਰੂਪ ਦੇ ਵਿੱਚ ਆਉਂਦੀ ਹੈ, ਅਤੇ ਕਥਾਵਾਂ ਦੇ ਵਿੱਚ ਦੰਤ ਕਥਾਵਾਂ ਨੇ ਜਿਹੜੀਆਂ, ਜਿਸ ਤਰ੍ਹਾਂ ਪਹਿਲਾਂ ਇਹ ਦੰਤ ਕਥਾਵਾਂ ਦੇ ਰੂਪ ਦੇ ਵਿੱਚ ਪ੍ਰਚਲਿਤ ਸੀ ਕਿੱਥੇ, ਉਹਨਾਂ ਦੇ ਵਿੱਚ ਆਉਂਦੀ ਹੈ। ਅਤੇ ਇਹਨਾਂ ਦਾ ਜਿਹੜਾ ਮੋਟਿਵ ਜਦੋਂ ਫਾਲ ਹੁੰਦੀ ਆ ਤਾਂ ਉਹ ਚੋਰੀ ਯਾਰੀ ਬਣਦੀ ਆ। ਚੋਰੀ ਯਾਰੀ ਦਾ ਕੰਸੈਪਟ ਪੰਜਾਬੀ ਦੇ ਵਿੱਚ ਤਾਂ ਸੱਚ ਹੈ ਨਹੀਂ। ਤੁਸੀਂ ਕਿੱਸਾ ਜਿੰਨਾ ਮਰਜ਼ੀ ਪੜ੍ਹੀ ਜਾਓ, ਕਿੱਸਾ ਜਿਹੜੇ ਕਾਲ ਦੇ ਵਿੱਚ ਪੜ੍ਹਿਆ ਗਿਆ ਕੋਲ ਕੇ ਰੱਖਦੇ ਸੀਗੇ ਲੋਕ, ਠੀਕ ਹੈ, ਉਹ ਵੈਲਿਊ ਇਸ ਕਿਸਮ ਦੀ ਹੈ ਨਹੀਂ ਸੀ। ਪਰ ਜਦੋਂ ਇਹਦੀ ਫਾਲ ਹੁੰਦੀ ਆ, ਆਸ਼ਿਕ ਤਾਂ ਬਹੁਤ ਉੱਤੇ ਆ, ਪਰ ਜਦੋਂ ਵਾਪਰਦੀ ਹੈ ਸਮਾਜ ਦੇ ਵਿੱਚ ਚੀਜ਼, ਉਹ ਫਿਰ ਚੋਰੀ ਯਾਰੀ ਬਣਦੀ ਆ। ਮੈਂ ਮੱਧਕਾਲ ਦੇ ਰੈਫਰੈਂਸ ਦੇ ਵਿੱਚ ਇਹ ਗੱਲ ਕਰ ਰਿਹਾ। ਹੁਣ ਇਹ ਤਾਂ ਇੱਕ ਚੀਜ਼ ਹੋ ਗਈ ਕਿ ਮੱਧਕਾਲ ਦਾ ਜਿਹੜਾ ਸਾਹਿਤ ਤੁਹਾਡੇ ਕੋਲ ਆ ਰਿਹਾ, ਉਹਨਾਂ ਨੂੰ ਕਹਿੰਦਾ ਇਹਨਾਂ ਰੂੜੀਆਂ ਦੇ ਆਧਾਰ 'ਤੇ ਤੁਸੀਂ ਸਟੱਡੀ ਕਰਨ ਦੀ ਕੋਸ਼ਿਸ਼ ਕਰੋ ਅਤੇ ਦੇਖੋ ਕਿ ਇਹਨਾਂ ਦੀਆਂ ਕਿਹੜੀਆਂ ਪ੍ਰਵਿਰਤੀਆਂ ਬਣਨਗੀਆਂ। ਉਸ ਤੋਂ ਬਾਅਦ ਬੇਦੀ ਫਿਰ ਅੱਗੇ ਦੱਸਦੇ ਆ, ਅਪਲਾਈ ਕਰਕੇ ਦਿਖਾਉਂਦੇ ਆ ਇਸ ਥਿਊਰੀ ਨੂੰ। ਜਿਵੇਂ
ਉਹ ਨਾਵਲ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਆ। ਜਿਵੇਂ ਕਿਸੇ ਪਹਿਲਾਂ ਇੱਕ ਦੋ ਚੀਜ਼ਾਂ ਮੈਂ ਦੱਸਦਾ। ਜਿਵੇਂ ਬੇਦੀ ਨੇ ਇੱਕ ਹੋਰ ਬੜੀ ਵੱਡੀ ਗੱਲ ਕੀਤੀ ਆ। ਉਹ ਕਹਿੰਦੇ ਜਿਹੜਾ ਸਾਡਾ ਕਿੱਸਾ ਕਾਲ ਆ, ਜਿਹੜੀਆਂ ਸਾਡੀਆਂ ਪਰੰਪਰਾ ਨੂੰ ਕਹਿੰਦੇ ਇਤਿਹਾਸ ਦੇ ਵਿੱਚ, ਸਾਹਿਤ ਇਤਿਹਾਸ ਦੇ ਵਿੱਚ ਕਹਿੰਦੇ ਨੇ ਕਿਹੜਾ ਸਾਡਾ ਕਿੱਸਾ ਕਾਲ ਆਇਆ ਇਹ ਕਿਸੇ ਵਿਦੇਸ਼ੀ ਉਹਦੇ ਵਿੱਚ ਪ੍ਰਭਾਵ 'ਚੋਂ ਆਇਆ। ਉਹ ਕਹਿੰਦੇ ਨਹੀਂ, ਸਾਡਾ ਕਿੱਸਾ ਕਾਲ ਸਵਾਂਗਾਂ ਤੋਂ ਪੈਦਾ ਹੋਇਆ। ਇਹਦੇ ਬਾਰੇ ਥੀਓਰਾਈਜ਼ ਕਰਦੇ ਨੇ। ਉਹ ਕਹਿੰਦੇ ਨੇ ਕਿ ਇਹਨੂੰ ਸਾਰਿਆਂ ਨੂੰ ਦੇਸੀ ਪਰੰਪਰਾ ਨਾਲ ਜੋੜੋ, ਤਾਂ ਹੀ ਇਹਨਾਂ ਦੀ ਕੰਟੀਨਿਊਟੀ ਕੋਈ ਬਣੂਗੀ, ਤਾਂ ਹੀ ਤੁਸੀਂ ਇਹਨੂੰ ਅੰਡਰਸਟੈਂਡ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਬੇਦੀ ਗੱਲ ਕਰਦੇ ਨੇ ਕਿ ਜਿਹੜੀ ਸਾਡੇ ਕੋਲ ਨਾਵਲ ਪੈਦਾ ਹੁੰਦਾ, ਨਾਵਲ ਦੇ ਵਿੱਚ ਇਹਨਾਂ ਰੂੜੀਆਂ ਦੀ ਗੱਲ ਕਰਦੇ ਨੇ, ਅਪਲਾਈ ਕਰਕੇ ਦਿਖਾਉਂਦੇ ਨੇ ਕਿ ਕਿਸ ਤਰ੍ਹਾਂ ਸਟੱਡੀ ਕਰਨਾ ਤੁਸੀਂ ਇਹਨਾਂ ਨੂੰ। ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਸਟੱਡੀ ਨਾ ਕਰੋ ਕਿ ਚਲੋ ਸਾਡੇ ਕੋਲ ਕੋਈ ਰੂਪ ਆ ਗਿਆ ਬਾਹਰੋਂ, ਸਾਡੇ ਹਾਲਾਤ ਇਹੋ ਜਿਹੇ ਬਣੇ ਹੋਏ ਸੀ, ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਇੱਕ ਰੂਪ ਅਖਤਿਆਰ ਕਰ ਲਿਆ, ਪਰ ਉਹਦੀ ਜਿਹੜੀਆਂ ਰੂੜੀਆਂ ਨੇ, ਤੁਸੀਂ ਰੂੜੀਆਂ ਤਾਂ ਦੇਖੋ ਕਿੱਥੋਂ ਆ ਰਹੀਆਂ ਨੇ। ਸੁੰਦਰੀ ਨਾਵਲ ਸਾਡੇ ਕੋਲ ਆਉਂਦਾ। ਸੁੰਦਰੀ ਨਾਵਲ ਇੱਕ ਲੋਕ ਗੀਤ ਆ। ਉਸ ਲੋਕ ਗੀਤ ਦੇ ਆਧਾਰ ਦੇ ਉੱਤੇ ਸਾਰਾ ਕੁਝ ਉਸਾਰਿਆ ਗਿਆ ਅਤੇ ਉਹਦਾ ਜਿਹੜਾ ਸਾਰਾ ਵਾਯੂਮੰਡਲ ਆ ਉਹ ਸਾਰਾ ਲੋਕ ਮਨ ਵਾਲਾ। ਜਦੋਂ ਵੀ ਸੁੰਦਰੀ ਨੂੰ ਕੁਝ ਹੁੰਦਾ, ਰਹੱਸਮਈ ਤਰੀਕੇ ਦੇ ਨਾਲ ਕੁਛ ਨਾ ਕੁਛ ਹੋ ਜਾਂਦਾ ਤੇ ਜਾਨ ਬਚਾ ਲਈ ਜਾਂਦੀ ਹੈ। ਉਹਦੀਆਂ ਸਾਰੀਆਂ ਰੂੜੀਆਂ ਲੋਕ ਮਨ ਦੇ ਆਧਾਰਿਤ ਨੇਗੀਆਂ। ਉਸ ਤੋਂ ਬਾਅਦ ਜਿਹੜਾ ਸਾਡਾ ਆਉਂਦਾ ਕਿੱਸਾ ਕਾਵਿ ਦਾ ਜਿਹੜਾ ਪ੍ਰੇਮ ਦੀ ਭਾਵਨਾ, ਉਹ ਜਿਹੜੇ ਜਸਵੰਤ ਸਿੰਘ ਕੰਵਲ ਉਹਨਾਂ ਦੇ ਨਾਵਲ ਨੇ ਜਾਂ ਨਾਨਕ ਸਿੰਘ ਉਹਨਾਂ ਦੇ ਨਾਵਲ ਨੇ, ਉਹਨਾਂ ਦੇ ਵਿੱਚ ਕਿੱਸਾ ਦੀ ਜਿਹੜੀ ਪ੍ਰੇਮ ਦੀ ਭਾਵਨਾ ਆਦਰਸ਼ਵਾਦੀ ਉਹ ਬਹੁਤ ਜ਼ਿਆਦਾ ਡੋਮੀਨੇਟ ਕਰਦੀ ਹੈ। ਬੇਦੀ ਕਹਿੰਦੇ ਨੇ ਇਹ ਚੀਜ਼ ਕਿ ਉਹਨੂੰ ਤੁਸੀਂ ਉਸ ਲਿਹਾਜ਼ ਨਾਲ ਦੇਖਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਉਹਨੂੰ ਸਿੰਪਲ ਉਹਨਾਂ ਰੂੜੀਆਂ ਦੇ ਆਧਾਰ 'ਤੇ ਦੇਖਣ ਦੀ ਕੋਸ਼ਿਸ਼ ਕਰੋ, ਹਾਂ ਤੁਸੀਂ ਹੋਰ ਜਿਸ ਤਰੀਕੇ ਨਾਲ ਵੀ ਦੇਖਦੇ ਹੋ ਉਹ ਵੀ ਠੀਕ ਆ, ਪਰ ਉਹਨੂੰ ਇਸ ਤਰ੍ਹਾਂ ਦੇਖੋ। ਫਿਰ ਉਹ ਆਉਂਦੇ ਆ ਆਪਣੇ ਗੁਰਦਿਆਲ ਸਿੰਘ ਦੇ ਉੱਤੇ। ਗੁਰਦਿਆਲ ਸਿੰਘ ਦੇ ਉੱਤੇ ਜਿਵੇਂ ਗੁਰਦਿਆਲ ਸਿੰਘ ਨੂੰ ਸਟੱਡੀ ਕੀਤਾ ਜਾਂਦਾ ਸਾਡੇ ਜਿਹੜੀ ਮੈਂ ਰੂੜੀਆਂ ਦੇ ਸੰਦਰਭ 'ਚ ਯਾਦ ਰੱਖਿਓ ਕਿ ਅਸੀਂ ਰੂੜੀ ਵਾਲੀ ਪ੍ਰਵਿਰਤੀ ਬਣਾਵਾਂਗੇ ਕਿ ਕਿਹੜੀ ਰੂੜੀ ਕਿੱਥੇ ਕਿੱਥੇ ਚੱਲਦੀ ਆ, ਉਸ ਹਿਸਾਬ ਨਾਲ ਪ੍ਰਵਿਰਤੀ ਬਣੂਗੀ। ਜਿਹੜੇ ਸਾਡੇ ਗੁਰਦਿਆਲ ਸਿੰਘ ਨੇ, ਗੁਰਦਿਆਲ ਸਿੰਘ ਦੇ ਨਾਵਲਾਂ ਦੇ ਸਿਰਲੇਖ ਦੇਖ ਲਓ ਅਤੇ ਉਹਨਾਂ ਦਾ ਜਿਹੜਾ ਵਾਯੂਮੰਡਲ ਦੇਖ ਲਓ ਸਾਰਾ। ਗੁਰਦਿਆਲ ਸਿੰਘ ਦਾ ਜਿਹੜਾ ਨਾਵਲ ਆ ਅੰਨੇ ਘੋੜੇ ਦਾ ਦਾਨ, ਉਹ ਤਾਂ ਹੈ ਹੀ ਇੱਕ ਮਿੱਥ ਦੀ ਵਿਆਖਿਆ ਕਰਦਾ ਸਾਰੀ। ਅਤੇ ਉਹਨਾਂ ਦਾ ਜਿਹੜਾ ਹੈਗਾ ਮੜੀ ਦਾ ਦੀਵਾ ਨਾਵਲ, ਮੜੀ ਦਾ ਦੀਵਾ ਨਾਵਲ ਦੇ ਵਿੱਚ ਚਾਹੇ ਹਰੀ ਕ੍ਰਾਂਤੀ ਤੋਂ ਬਾਅਦ ਪੈਦਾ ਹੋਏ ਸਾਰੀ ਉਥਲ ਨੂੰ ਦਿਖਾਇਆ ਗਿਆ, ਪਰ ਉਹਦੀ ਜਿਹੜੀ ਮੇਨ ਸਮੱਸਿਆ ਤਾਂ ਉਹ ਹੈ ਨਾ ਕਿ ਜਿਹੜਾ ਜਗਸੀਰ ਆ ਉਹਦੀ ਮਾਂ ਦੇ ਵਿਆਹ ਵਾਲੀ ਹੋ ਕੇ ਵਿਆਹ ਕਰਾਇਆ ਸੀ ਉਹਨੇ। ਉਹ ਸਮੱਸਿਆ ਕਿਸ ਤਰ੍ਹਾਂ ਪੋਰਟਰੇਟ ਹੋ ਕੇ ਆ ਰਹੀ ਆ, ਉਹਨਾਂ ਦੀਆਂ ਕਿਹੜੀਆਂ ਰੂੜੀਆਂ ਨੇ, ਜਾਂ ਉਹ ਕਹਿੰਦੇ ਨੇ ਕਿ ਬੰਦਿਆ ਤੇਰੀ ਉਮਰ ਹੀ ਨਹੀਂ ਭੋਗੀ ਹੈਗੀ, ਤੂੰ ਕਿਸ ਤਰ੍ਹਾਂ ਜਿਹੜੀਆਂ ਫੋਕ ਦੇ ਮੋਟਿਵ ਇਸਤੇਮਾਲ ਕਰ ਰਹੇ ਨੇ, ਉਹ ਰੂੜੀਆਂ ਸਾਨੂੰ ਕਿਵੇਂ ਹੌਂਟ ਕਰਦੀਆਂ ਨੇ, ਕਿਵੇਂ ਸਾਡੇ ਸਾਹਿਤ ਦੇ ਪਛਾਣ ਚਿੰਨ੍ਹ ਬਣਦੇ ਨੇ, ਉਹਦੀ ਸਟੱਡੀ ਕਰੋ। ਇਹ ਗੱਲ ਜਿਹੜੀ ਹੁਣ ਮੈਂ ਦੱਸਣ ਲੱਗਿਆ ਕਿ ਕਿਵੇਂ ਸਟੱਡੀ ਕੀਤੀ ਜਾ ਸਕਦੀ ਹੈ ਰੂੜੀਆਂ ਦੀ। ਜਿਵੇਂ ਆਪਣੇ ਕੋਲ ਕਹਾਣੀ ਆ ਧਰਤੀ ਹੇਠਲਾ ਵੱਲ, ਪੰਜਾਬੀ ਦੀਆਂ ਕੁਝ ਕਹਾਣੀਆਂ ਨੇ ਜਿਹੜੀਆਂ ਸਾਡੀ ਪਛਾਣ ਬਣਦੀਆਂ ਨੇ ਪੰਜਾਬੀ ਦੀਆਂ। ਹੁਣ ਧਰਤੀ ਹੇਠਲਾ ਬਲਦ ਕਹਾਣੀ ਹੈ ਜਿਹੜੀ, ਜੇ ਤੁਸੀਂ ਉਹਨੂੰ ਫੋਕ ਦੀਆਂ ਰੂੜੀਆਂ ਤੋਂ ਸਟੱਡੀ ਕਰਨ ਦੀ ਕੋਸ਼ਿਸ਼ ਕਰੋਗੇ, ਜਾਂ ਆਤੂ ਫੌਜੀ ਕਹਾਣੀ ਨੂੰ ਸਟੱਡੀ ਕਰਕੇ ਦੇਖੋ ਤੁਸੀਂ ਕਿ ਫੋਕ ਦੇ ਵਿੱਚ ਕਰੈਕਟਰ ਕਿਵੇਂ ਬਿਹੇਵ ਕਰਦਾ, ਤੇ ਬੰਦੇ ਨੂੰ ਜੇ ਦੁੱਖ ਸਮਝਾਉਣਾ ਕਿਸੇ ਦਾ ਤੁਸੀਂ ਫੋਕ ਦੀ ਰੂੜੀ ਨਾਲ ਕਿਵੇਂ ਸਮਝਾ ਸਕਦੇ ਹੋ, ਉਹਨਾਂ ਚੀਜ਼ਾਂ ਨੂੰ ਸਵੀਕ੍ਰਿਤੀ ਕਿਵੇਂ ਮਿਲੀ ਆ। ਸੋ ਐਜ਼ ਇਟ ਇਜ਼ ਪ੍ਰਵਿਰਤੀਆਂ ਚੱਕ ਕੇ ਕਿਸੇ ਚੀਜ਼ ਦੇ ਉੱਤੇ ਲਾਉਣ ਦੀ ਥਾਂ ਤੁਹਾਡੀ ਫੋਕ ਦੀ ਸਾਹਿਤਕ ਸੰਸਕ੍ਰਿਤੀ ਜਾਂ ਤੁਹਾਡੀ ਸਾਹਿਤਕ ਸੰਸਕ੍ਰਿਤੀ ਕੀ ਸੀ ਜਿਹਨੇ ਤੁਹਾਡੀ ਮਾਨਸਿਕਤਾ ਨੂੰ ਤਰਾਸ਼ਿਆ ਤੇ ਸੰਵਾਰਿਆ, ਉਸ ਆਧਾਰ 'ਤੇ ਤੁਸੀਂ ਉਹਨੂੰ ਰਿਸਪੌਂਡ ਕੀਤਾ। ਲੇਖਕ ਕੋਈ ਬਾਹਰੋਂ ਤਾਂ ਆਉਂਦਾ ਨਹੀਂ, ਉਹਦੇ ਕੋਲ ਵੀ ਇੱਕ ਸਾਹਿਤਕ ਸੰਸਕ੍ਰਿਤੀ ਤੇ ਮਾਨਸਿਕਤਾ ਦੋਨੇ ਚੀਜ਼ਾਂ ਹੁੰਦੀਆਂ ਨੇ। ਉਸ ਆਧਾਰ 'ਤੇ ਜਦੋਂ ਉਹ ਸਿਰਜਦਾ ਸਾਰੀ ਚੀਜ਼ ਨੂੰ, ਤਾਂ ਡੈਫੀਨੇਟਲੀ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੈਟਾਗਰੀ ਦੇ ਵਿੱਚ ਫਾਲ ਕਰੂਗੀ। ਜੇ ਉਹ ਫਾਲ ਕਰੂਗੀ ਤਾਂ ਅਸੀਂ ਇਹਨਾਂ ਰੂੜੀਆਂ ਦੇ ਆਧਾਰ 'ਤੇ ਜਾਂ ਤਿੰਨ ਜਿਹੜੇ ਪੈਟਰਨ ਨੇ, ਸਾਡੀ ਲੋਕ ਰੂੜੀ, ਸਾਡੀ ਸਾਹਿਤਕ ਸੰਸਕ੍ਰਿਤੀ ਤੇ ਸਾਡੀ ਲੋਕ ਮਾਨਸਿਕਤਾ ਜਿਹੜੀ ਸਾਹਿਤ ਦੀ ਹੈ, ਉਹਨੂੰ ਸਟੱਡੀ ਕਰ ਸਕਦੇ ਹਾਂ। ਫਿਰ ਅਗਲੀ ਚੀਜ਼ ਆਉਂਦੀ ਹੈ ਸਾਡੇ ਜੋ ਯੋਗਦਾਨ ਨੇ, ਸਾਡੇ ਰੂਪ ਨੇ, ਤੇ ਜਿਹੜੇ ਸਾਡੇ ਖਾਸ ਤੌਰ 'ਤੇ ਕਾਵਿ ਰੂਪ ਨੇ ਜਿਹੜੇ ਅਸੀਂ ਇਸਤੇਮਾਲ ਕੀਤੇ ਨੇ। ਜੇ ਬੇਦੀ ਉਹਨਾਂ ਦੀ ਧਾਰਨਾ ਜਿਹੜੀ ਸਾਡੀ ਕਾਫੀ ਆ, ਤੁਸੀਂ ਕਹਿੰਦੇ ਹੋ ਕਿ ਕਾਫੀ ਹੈ ਜਿਹੜੀ ਉਹ ਕੋਈ ਬਾਹਰੋਂ ਆਈ ਚੀਜ਼ ਨਹੀਂ ਜਾਂ ਕੁਛ ਹੋਰ, ਨਾ ਰਾਗਣੀ ਹੈ ਨਾ ਕੁਛ ਹੋਰ ਆ। ਬੇਦੀ ਉਹਦੇ ਬਾਰੇ ਕਹਿੰਦੇ ਨੇ ਕਿ ਇਹ ਇੱਕ ਜਿਹੜਾ ਸ਼ਬਦ ਹੁੰਦਾ ਸਾਡੇ ਕੋਲ, ਸ਼ਬਦ ਦਾ ਉਹਦਾ ਹੈ ਰੂਪ ਆ। ਇਹ ਬੜਾ ਇੱਕ ਵਿਚਾਰ ਆ ਜਿਹੜਾ ਅੱਗੇ ਮੰਗ ਕਰਦਾ ਇਹਦੇ 'ਤੇ ਰਿਸਰਚ ਕੀਤੀ ਜਾਵੇ। ਬੇਦੀ ਜਿੰਨੀਆਂ ਵੀ ਸਾਡੀਆਂ ਸਾਡੇ ਰੂਪ ਨੇ, ਕਾਵਿ ਰੂਪ ਨੇ, ਜਾਂ ਸਾਡੇ ਜਿਹੜੇ ਵੀ ਰੂਪ ਨੇ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੋਸ਼ਿਸ਼ ਕਰਦੇ ਨੇ ਕਿ ਉਹ ਸਾਡੀ ਸੰਸਕ੍ਰਿਤੀ ਦੇ ਵਿੱਚੋਂ ਹੀ ਲੱਭੀਏ ਅਤੇ ਉਹਨਾਂ ਦੇ ਪਛਾਣ 'ਚ ਉਹਨੂੰ ਜੋੜ ਕੇ ਇੱਕ ਕੰਟੀਨਿਊਟੀ ਬਣਾਈਏ। ਜਿਵੇਂ ਬੇਦੀ ਨੇ ਮੈਂ ਜੇ ਸਟੱਡੀ ਕਰਦਾ ਸੀ ਅੱਗੇ ਦੇਖਿਆ ਕਿ ਜਿਵੇਂ ਸਾਡੀ ਵਾਰਤਕ ਆ, ਜਿਹੜੀ ਸਾਡੀ ਵਾਰਤਕ ਦੇ ਵਿੱਚ ਜਿਵੇਂ ਹਰਪਾਲ ਪੁੰਨੂ ਹੋਰਾਂ ਦੀ ਪੁਸਤਕਾਂ ਆਈਆਂ ਨੇਗੀਆਂ ਪਿੱਛੇ ਜੇ, ਕਾਫੀ ਸਾਰੀਆਂ ਪੁਸਤਕਾਂ ਆਈਆਂ ਜਿਹਨਾਂ 'ਚ ਲੇਖਕਾਂ ਬਾਰੇ ਲਿਖਦੇ ਨੇ। ਉਹ ਜਿਹੜਾ ਰੂਪ ਆ ਉਹਨਾਂ ਦਾ, ਜਿਹੜੀ ਸ਼ੈਲੀ ਆ ਉਹਦੀ ਲਿਖਣ ਦੀ ਜਾਂ ਉਹਦੀਆਂ ਜੁਗਤਾਂ ਨੇ ਸਾਰੀਆਂ, ਉਹ ਸਾਖੀ ਦੇ ਨੇੜੇ ਹੈ ਬਹੁਤ ਜ਼ਿਆਦਾ। ਅਤੇ ਕਿਤੇ ਨਾ ਕਿਤੇ ਜਿਹੜੇ ਸਾਡੇ ਨਾ ਇਹ ਲੇਖਕਾਂ ਦੇ ਰੇਖਾ ਚਿੱਤਰ ਲਿਖੇ ਗਏ ਨੇ, ਇਹ ਵੀ ਸਾਖੀ ਦੇ ਨੇੜੇ ਨੇ ਬਹੁਤ ਜ਼ਿਆਦਾ। ਉਹਨਾਂ ਨੂੰ ਐਵੇਂ ਦੈਵੀ ਬਣਾਇਆ ਜਾਂਦਾ ਕਿ ਇੱਕ ਲੇਖਕ ਬੈਠਾ ਜੇ ਕਿਤੇ ਹੱਥ 'ਤੇ ਸ਼ਰਾਬ ਵੀ ਪੀ ਰਿਹਾ, ਇਹੋ ਜਿਹੀ ਦੈਵੀ ਘਟਨਾ ਬਣ ਜਾਂਦੀ ਹੈ, ਉਹ ਜਿਹੜੀ ਬਹੁਤ ਵੱਡੀ ਕੋਈ ਗੱਲ ਹੋ ਰਹੀ ਹੈ। ਉਹਨਾਂ ਦੇ ਚਰਿੱਤਰ ਨੂੰ ਬਹੁਤ ਨਾਇਕ ਦੀ ਤਰ੍ਹਾਂ ਉਭਾਰਿਆ ਜਾਂਦਾ। ਇਹ ਸਾਖੀਆਂ ਦੇ ਮੋਟਿਵ ਨੇ ਸਾਰੇ। ਸੋ ਇਸ ਤਰ੍ਹਾਂ ਜੇ ਅਸੀਂ ਉਹ ਕਹਿੰਦਾ ਕਿ ਜਿਹੜਾ ਸਾਹਿਤ ਦੇ ਇਤਿਹਾਸ ਨੇ ਪੰਜਾਬੀ ਦੇ ਲਿਖੇ ਜਾਂਦੇ, ਉਹਨਾਂ ਸਾਹਿਤ ਦੇ ਇਤਿਹਾਸਾਂ ਨੂੰ ਜੇ ਅਸੀਂ ਇਹਨਾਂ ਆਧਾਰਾਂ 'ਤੇ ਪਛਾਣਨ ਦੀ ਕੋਸ਼ਿਸ਼ ਕਰੀਏ, ਜਿਹੜੀਆਂ ਤੁਹਾਡੀਆਂ ਪ੍ਰਵਿਰਤੀਆਂ ਨੇ, ਪ੍ਰਵਿਰਤੀਆਂ ਨੂੰ ਤੁਹਾਡੀਆਂ ਰੂੜੀਆਂ ਦੇ ਵਿੱਚੋਂ ਦੇਖੇ। ਪ੍ਰਵਿਰਤੀ ਹੈ, ਮੰਨ ਲਓ ਇੱਕ
ਵੀਰ ਭਾਵਨਾ ਦੀ ਇੱਕ ਪ੍ਰਵਿਰਤੀ ਹੈ, ਕਿਸੇ ਬੰਦੇ ਦੇ ਅੰਦਰ ਵੀਰ ਭਾਵਨਾ। ਹੁਣ ਜੇ ਬੰਦਾ ਡਾਕੇ ਮਾਰਨ ਲੱਗ ਜਾਵੇ ਆਪਣੇ ਫਾਇਦੇ ਵਾਸਤੇ ਤਾਂ ਉਹ ਡਾਕੂ ਆ। ਜੇ ਉਹੀ ਬੰਦਾ ਜੰਗ ਦੇ ਮੈਦਾਨ ਦੇ ਉੱਤੇ ਲੜਦਾ ਉਹ ਵੀਰ ਬਣ ਜਾਂਦਾ। ਇਹਦਾ ਮਤਲਬ ਬੇਸਿਕਲੀ ਕੋਈ ਵੀਰ ਭਾਵਨਾ ਤਾਂ ਹੋਊਗੀ। ਤੁਹਾਡਾ ਜਿਹੜਾ ਜੁਝਾਰਵਾਦ ਆ ਬੇਦੀ ਦੇ ਅਕੋਰਡਿੰਗ, ਬੇਦੀ ਨੇ ਇਸ ਬਾਰੇ ਗੱਲ ਨਹੀਂ ਕੀਤੀ, ਤੁਹਾਡਾ ਜਿਹੜਾ ਜੁਝਾਰਵਾਦ ਆ ਸਾਡਾ, ਕੀ ਅਸੀਂ ਜੁਝਾਰਵਾਦ ਨੂੰ ਐਵੇਂ ਹਵਾ 'ਚੋਂ ਅੰਡਰਸਟੈਂਡ ਕਰ ਸਕਦੇ ਹਾਂ ਜੇ ਸਾਡੇ ਕੋਲ ਉਹਦੀ ਕੋਈ ਸਾਹਿਤਕ ਸੰਸਕ੍ਰਿਤੀ ਨਹੀਂ ਹੈਗੀ? ਅਸੀਂ ਉਹਨੂੰ ਹੁੰਗਾਰਾ ਕਿਸ ਬੇਸ 'ਤੇ ਦਿੱਤਾ? ਉਹਨੂੰ ਹੁੰਗਾਰਾ ਇਸ ਕਰਕੇ ਦਿੱਤਾ ਕਿਉਂਕਿ ਸਾਡੇ ਕੋਲ ਪਿੱਛੇ ਉਹਦੀ ਕੋਈ ਸੰਸਕ੍ਰਿਤੀ ਪਈ ਸੀ। ਹਾਂ, ਜਦੋਂ ਸਾਡੇ ਕੋਲ ਮੌਕਾ ਆ ਤਾਂ ਸਾਡੀ ਉਹ ਜਿਹੜੀ ਭਾਵਨਾ ਸੀ ਉਹ ਹੋਈ। ਅੱਜ ਵੀ ਤੁਸੀਂ ਅੱਜ ਦੀ ਕਵਿਤਾ ਦੇਖੋ, ਅੱਜ ਦੀ ਕਵਿਤਾ ਦੇ ਵਿੱਚ ਬਹੁਤ ਕੁਝ ਲਿਖਿਆ ਜਾ ਰਿਹਾ। ਜਿਵੇਂ ਹਰਮਨਜੀਤ ਲਿਖ ਰਿਹਾ, ਹਰਮਨਜੀਤ ਕਿਸ ਪਰੰਪਰਾ ਨੂੰ ਲੈ ਕੇ ਚੱਲ ਰਿਹਾ ਕਿ ਉਹ ਗੁਰਮਤਿਕਾ ਵਾਲੀ ਪਰੰਪਰਾ, ਸਾਰੀ ਰਹਿਸ ਦੀ ਪਰੰਪਰਾ ਚੱਲਦੀ ਹੈ, ਵਿੱਚ ਬਹੁਤ ਸਾਰੀ ਕਵਿਤਾ ਕ੍ਰਾਂਤੀਕਾਰੀ ਪਾਸ਼ਨੁਮਾ ਕਵਿਤਾ ਲਿਖੀ ਜਾ ਰਹੀ ਹੈ, ਬਹੁਤ ਸਾਰੀ ਪ੍ਰੇਮ ਕਵਿਤਾ ਲਿਖੀ ਜਾ ਰਹੀ ਹੈ। ਪ੍ਰਯੋਗਵਾਦ ਸਾਡੇ ਬੁਰੀ ਤਰ੍ਹਾਂ ਸਫਲ ਕਿਉਂ ਹੋਇਆ? ਚਾਹੇ ਹੁਣ ਪ੍ਰਯੋਗਵਾਦ ਲਿਖ ਰਹੇ ਨੇ ਕਿਉਂਕਿ ਸਾਡੀ ਜਿਹੜੀ ਸਾਹਿਤਕ ਮਾਨਸਿਕਤਾ ਉਹ 'ਚ ਵਿਅਕਤੀਵਾਦ ਵਾਸਤੇ ਕੋਈ ਬਹੁਤੀ ਸਪੇਸ ਨਹੀਂ ਹੈਗੀ। ਚੰਗਾ ਨਹੀਂ ਸਮਝਦੇ ਅਸੀਂ, ਚਾਹੇ ਵਿਅਕਤੀਵਾਦੀ ਹੋਈਏ, ਪਰ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵਿਅਕਤੀਵਾਦੀ ਨਹੀਂ ਹੈਗੇ। ਇੱਥੇ ਸਮੂਹ ਦੀ ਗੱਲ ਕੀਤੀ ਜਾਂਦੀ ਹੈ। ਸਾਡੀ ਸਾਹਿਤਕ ਸੰਸਕ੍ਰਿਤੀ ਸਾਨੂੰ ਇਹ ਇਜਾਜ਼ਤ ਨਹੀਂ ਦਿੰਦੀ ਹੈਗੀ ਕਿ ਅਸੀਂ ਵਿਅਕਤੀਵਾਦ ਦੀ ਗੱਲ ਕਰੀਏ। ਪ੍ਰਯੋਗਵਾਦ ਦੇ ਜਿਹੜੇ ਸੀਗੇ ਉਹ ਬੰਦੇ, ਉਹ ਇਸ ਕਰਕੇ ਨਾ ਤਾਂ ਬਹੁਤੇ ਮਕਬੂਲ ਹੋ ਪਾਏ ਜਿਸ ਤਰ੍ਹਾਂ ਦੀ। ਸੋ ਇਹ ਜਿਹੜੀ ਮੈਨੂੰ ਵੀ ਕੋਟ ਕਰਨ ਵਾਸਤੇ ਪ੍ਰਯੋਗਵਾਦ ਦੀ ਵਰਤੋਂ ਕਰਨੀ ਪੈ ਰਹੀ ਹੈ। ਸੋ ਦੂਸਰੀ ਚੀਜ਼ ਜਿਹੜੀ ਉਹ ਕਹਿੰਦੇ ਨੇ, ਜਿਹੜੀ ਕਵਿਤਾ ਦੇ ਖਾਸ ਤੌਰ 'ਤੇ ਪੂਰਨ ਸਿੰਘ ਦੀ ਕਵਿਤਾ ਦੇ ਸੰਦਰਭ ਦੇ ਵਿੱਚ ਉਹ ਕਹਿੰਦੇ ਨੇ ਕਿ ਪੂਰਨ ਸਿੰਘ ਨੂੰ ਤੁਸੀਂ ਜੇ ਸਟੱਡੀ ਕਰਨਾ ਤਾਂ ਪੂਰਨ ਸਿੰਘ ਨੂੰ ਤੁਸੀਂ ਬਿਲਕੁਲ ਵੀ ਕਿਸ ਆਧਾਰ 'ਤੇ ਸਟੱਡੀ ਕਰੋਗੇ? ਪੂਰਨ ਸਿੰਘ ਨੂੰ ਤੁਸੀਂ ਜੇ ਤੁਸੀਂ ਲੋਕਧਾਰਾਈ ਚਿੰਤਨ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਪੂਰਨ ਸਿੰਘ ਦੀ ਜਿੰਨੀ ਕਵਿਤਾ ਉਹ ਇੱਕ ਐਸੇ ਪੰਜਾਬ ਨੂੰ ਤਾਂਘਦਾ ਜਿੱਥੇ ਬਹੁਤ ਆਨੰਦ ਤੇ ਵਿਨੋਦ ਆ। ਉਹਦੀ ਕਵਿਤਾ ਦਾ ਜਿਹੜਾ ਪੰਜਾਬ ਆ ਉਹ ਬੁਰੀ ਤਰ੍ਹਾਂ ਲੋਕ ਮਨ ਦੀਆਂ ਪ੍ਰਵਿਰਤੀਆਂ ਨਾਲ ਓਤ-ਪ੍ਰੋਤ ਆ। ਇਹੋ ਜਿਹਾ ਹੋਰ ਵੀ ਇੱਕ ਦਿੱਤੇ ਨੇ, ਹੋਰ ਵੀ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਲੇਖਕ ਹੈਗੇ ਨੇ ਜਿਹਨਾਂ ਦੀ ਕਵਿਤਾ ਦੇ ਵਿੱਚ ਰੂੜੀਆਂ ਜਿਹੜੀਆਂ ਮਿਲਦੀਆਂ ਨੇ ਉਹ ਲੋਕ ਮਨ ਦੀਆਂ ਰੂੜੀਆਂ ਮਿਲਦੀਆਂ ਨੇ। ਕੀ ਅਸੀਂ ਉਹਨਾਂ ਸਾਰਿਆਂ ਨੂੰ ਜੇ ਇੱਕ ਪ੍ਰਵਿਰਤੀ ਦੇ ਵਿੱਚ ਰੱਖਣਾ ਹੋਵੇ, ਕੀ ਅਸੀਂ ਉਹਨਾਂ ਸਾਰਿਆਂ ਨੂੰ ਰੱਖ ਸਕਦੇ ਹਾਂ ਕਿ ਇਹਨਾਂ ਨੂੰ ਅਸੀਂ ਲੋਕ ਮਨ ਦੇ ਆਧਾਰ 'ਤੇ ਲਿਖੀ ਗਈ ਕਵਿਤਾ ਜਾਂ ਕੋਈ ਇਹੋ ਜਿਹੀ ਪ੍ਰਵਿਰਤੀ ਬਣਾ ਕੇ ਇਹਨਾਂ ਨੂੰ ਸਟੱਡੀ ਕਰੀਏ? ਜਾਂ ਜਿਹੜੀਆਂ ਇਹ 3 ਕੈਟਾਗਰੀਜ਼ ਮਿਲਦੀਆਂ ਨੇ ਜਾਂ ਅਸੀਂ ਹੋਰ ਬਣਾਵਾਂਗੇ, ਇਹਨਾਂ ਨੂੰ ਅਸੀਂ ਫੈਲਾ ਕੇ ਲੈ ਕੇ ਜਾ ਸਕਦੇ ਹਾਂ ਮਾਡਰਨ ਲਿਟਰੇਚਰ ਤੱਕ? ਬੇਟੀ ਹੋਰਾਂ ਦਾ ਇਸ ਚੀਜ਼ ਦੇ ਉੱਤੇ ਕਿਉਂਕਿ ਇੱਕ ਆਰਟੀਕਲ ਮਿਲਦਾ ਉਹਨਾਂ ਦਾ ਮੇਨ ਜੀ ਥੇਰਾਈਜ਼ ਕੀਤਾ ਉਹਨਾਂ ਨੇ, ਉਸ ਤੋਂ ਬਾਅਦ ਉਹਦੇ ਉੱਤੇ ਕੁਝ ਨਾਵਲ ਦੇ ਉੱਤੇ, ਗੁਰਮੁਖ ਦੇ ਉੱਤੇ ਤੇ ਕਵਿਤਾ ਦੇ ਉੱਤੇ 3-4 ਆਰਟੀਕਲ ਮਿਲਦੇ ਨੇ। ਸੋ ਇਹੀ ਮੇਰੇ ਕੁਝ ਪੁਆਇੰਟ ਸੀ। ਤੁਸੀਂ ਮੈਨੂੰ ਸੁਣਿਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ।